सो अज असीं डिस्कस करांगे रिप्रोडक्शन इन ह्यूमन बीइंग्स। सो प्रीवियस वीडियो दे विच असीं डिस्कस कीता है कि डिफरेंट मोड ऑफ रिप्रोडक्शन। तुसीं प्रीवियस वीडियो साडे चैनल विजडम एजुकेशन पॉइंट RDC ते जाके प्लेलिस्ट दे विच देख सकदे। 10th दी प्लेलिस्ट बनी हुई आ, उहदे विच तुसीं प्रीवियस वीडियो देख सकदे आ कि किवें जिहड़े आ वक्खरे वक्खरे ऑर्गेनिज्म जिहड़े आ ओह डिफरेंट मोड ऑफ रिप्रोडक्शन यूज़ करदे आ। सो अज असीं डिस्कस करांगे रिप्रोडक्शन इन ह्यूमन बीइंग्स। So we have discussed the variety of mode of different species used for reproduction. So now we will discuss the species that we are most interested, namely humans. Humans use the sexual mode of reproduction. Now ਅਸੀਂ discuss ਕਰਾਂਗੇ ਕਿ humans ਜਿਹੜੇ ਆ ਕਿਵੇਂ reproduction ਦੇ ਵਿੱਚ involve ਹੁੰਦੇ ਆ, ਠੀਕ ਆ। ਕਿਵੇਂ ਦੇ ਜਿਹੜੇ ਪਹਿਲਾਂ ਬੋਡੀ ਦੇ ਵਿੱਚ ਚੇਂਜਸ ਆਉਂਦੇ ਆ, ਦੈਨ ਬੋਡੀ ਜਿਹੜੀ ਆ ਫਿਰ ਦੈਨ ਰੈਡੀ ਹੁੰਦੀ ਆ ਰੀਪਰੋਡਕਸ਼ਨ ਦੇ ਲਈ। ਸੋ ਲੈਟ ਅਸ ਬਿਗਨ ਐਟ ਦੀ ਐਪਰੈਂਟਲੀ ਰਿਲੇਟਡ ਪੁਆਇੰਟ। ਆਲ ਆਫ ਅਸ ਨੋ ਦੈਟ ਆਰ ਬੋਡੀ ਚੇਂਜਸ ਐਜ਼ ਵੀ ਬਿਕਮ ਓਲਡ। ਠੀਕ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਬਰਥ ਤੋਂ ਲੈ ਕੇ ਓਲਡ ਏਜ ਤੱਕ ਸਾਡੀ ਬੋਡੀ ਦੇ ਵਿੱਚ ਬਹੁਤ ਸਾਰੇ ਚੇਂਜਸ ਆਉਂਦੇ ਆ। ਜਿਵੇਂ ਠੀਕ ਹੈ, ਜਿਹੜੇ ਸਟਾਰਟਿੰਗ ਦੇ ਵਿੱਚ ਜਿਹੜਾ ਸਾਡਾ ਵੇਟ ਇਨਕਰੀਜ਼ ਹੋਣਾ ਸ਼ੁਰੂ ਹੁੰਦਾ ਆ, ਸਾਨੂੰ ਜਿਹੜੇ ਆ ਖਾਣਾ ਖਾਣ ਦੇ ਲਈ ਟੀਥ ਚਾਹੀਦੇ ਹੁੰਦੇ ਆ। ਠੀਕ ਹੈ, ਦੈਨ ਉਹ ਟੀਥ ਜਿਹੜੇ ਆ ਫਿਰ ਲੋਸ ਕਿ ਨਵੇਂ ਟੀਥ ਆਉਂਦੇ ਆ। ਉਹਨਾਂ ਜਿਹੜੇ ਇਨੀਸ਼ੀਅਲ ਸਾਡੀ ਸਟੇਜ ਦੇ ਵਿੱਚ ਜੋ ਟੀਥ ਹੁੰਦੇ ਉਹਨਾਂ ਨੂੰ ਆਪਾਂ ਮਿਲਕ ਟੀਥ ਕਹਿੰਦੇ ਆ। ਠੀਕ ਹੈ, ਦੈਨ ਜਿਹੜੇ ਆ ਉਹ ਫਿਰ ਟੁੱਟਦੇ ਆ, ਉਸ ਤੋਂ ਬਾਅਦ 'ਚ ਸਾਡੇ ਨਵੇਂ ਟੀਥ ਆਉਂਦੇ ਆ। ਆਫਟਰ ਦੈਟ all of these are changes that can grouped under the general process of growth। ਸੋ ਠੀਕ ਹੈ, ਇਹ ਜਿਹੜੇ ਜਿੰਨੇ ਵੀ ਇਹ ਚੇਂਜਸ ਆਉਂਦੇ ਆ ਇਹ ਜਨਰਲ ਗਰੋਥ ਆ ਸਾਡੀ ਬੋਡੀ ਦੇ ਵਿੱਚ। ਸੋ ਆਫਟਰ ਦੈਟ ਇਸ ਏਜ ਤੋਂ ਬਾਅਦ ਇਨ ਵਿੱਚ ਦਾ ਬੋਡੀ ਬਿਕਮ ਲਾਰਜਰ। ਠੀਕ ਹੈ, ਇਹਦੇ ਵਿੱਚ ਸਾਡੀ ਬੋਡੀ ਜਿਹੜੀ ਆ ਉਹ ਬਿਕਮ ਲਾਰਜਰ ਹੋ ਜਾਂਦੀ ਆ। ਬਟ ਇਨ ਦਾ ਅਰਲੀ ਟੀਨਏਜ ਈਅਰਸ, ਠੀਕ ਹੈ, ਬਟ ਆਪਾਂ ਹੁਣ ਕੀ ਕਰਦੇ ਹਾਂ ਗੱਲ, ਟੀਨਏਜ ਦੀ ਗੱਲ ਅਗਰ ਕਰੀਏ, ਅ ਹੋਲ ਨਿਊ ਸੈਟ ਆਫ ਚੇਂਜਸ ਅਕਰ ਵੀ ਕੈਨੋਟ ਬੀ ਐਕਸਪਲੇਨਡ ਸਿੰਪਲ ਐਜ਼ ਬੋਡੀ enlargement। ਠੀਕ ਹੈ, ਸੋ ਕਹਿੰਦੇ ਜਦੋਂ ਅਗਰ ਆਪਾਂ ਇਸ ਜਨਰਲ ਗਰੋਥ ਤੋਂ ਉੱਪਰ ਗੱਲ ਕਰੀਏ, ਦੈਨ ਟੀਨਏਜਰ ਦੇ ਵਿੱਚ ਸਾਨੂੰ ਬਹੁਤ ਸਾਰੇ ਜਿਹੜੇ ਚੇਂਜਸ ਬੋਡੀ ਦੇ ਵਿੱਚ ਆਉਂਦੇ ਆ। ਕਿਹੜੇ ਚੇਂਜਸ ਆਉਂਦੇ ਆ? ਦਾ ਅਪੀਅਰੈਂਸ ਆਫ ਦੀ ਬੋਡੀ ਚੇਂਜਸ। ਬੋਡੀ ਚੇਂਜਸ ਦੇ ਵਿੱਚ ਬਹੁਤ ਸਾਰੀ ਅਪੀਅਰੈਂਸ ਹੁੰਦੀ ਆ। ਪ੍ਰਪੋਰਸ਼ਨ ਚੇਂਜ ਹੁੰਦਾ ਸਾਡੀ ਬੋਡੀ ਦਾ, ਮਤਲਬ ਸਾਡੀ ਹਾਈਟ ਇਨਕਰੀਜ਼ ਹੁੰਦੀ ਆ, ਸਾਡੇ ਬਹੁਤ ਸਾਰੇ ਔਰਗਨ ਜਿਹੜੇ ਉਹ ਡਿਵੈਲਪ ਹੁੰਦੇ ਆ। ਨਿਊ ਫੀਚਰਸ ਅਪੀਅਰ, ਸਾਡੀ ਬੋਡੀ ਦੇ ਵਿੱਚ ਬਹੁਤ ਸਾਰੇ ਨਵੇਂ ਫੀਚਰਸ ਜਿਹੜੇ ਆਉਂਦੇ ਆ। ਐਂਡ ਸੋ ਡੂ ਨਿਊ ਸੈਂਸੇਸ਼ਨਸ, ਸੋ ਜਿਹੜਾ ਸਾਨੂੰ ਨਿਊ ਸੈਂਸੇਸ਼ਨਸ ਦਿੰਦੇ ਆ। ਸੋ ਇਸ ਕਰਕੇ ਹੁਣ ਆਪਾਂ ਇਹ ਜਿਹੜੇ ਚੇਂਜਸ ਟੀਨਏਜਰ ਵਿੱਚ ਆਉਂਦੇ ਆ ਉਹ ਡਿਸਕਸ ਕਰਾਂਗੇ। ਸਮ ਆਫ ਦੀਸ ਚੇਂਜਸ ਆਰ ਬਿਕਮ ਟੂ ਬੋਥ ਬॉयਜ਼ ਐਂਡ ਗਰਲਸ। ਠੀਕ ਆ, ਇਹ ਜਿਹੜੇ ਚੇਂਜਸ ਆ ਦੋਨੇ ਜੈਂਡਰਸ ਬॉयਜ਼ ਔਰ ਗਰਲਸ ਦੋਹਾਂ ਦੇ ਵਿੱਚ ਜਿਹੜੇ ਆਉਂਦੇ ਆ ਵੱਖਰੇ। ਸੋ ਵੀ ਬਿਗਨ ਟੂ ਨੋਟਿਸ thick hair growing in the new parts of the body such as armpits and the genital area between the thighs which can be become darker in the color। so first ਆਪਾਂ ਚੇਂਜ ਬੋਡੀ ਦੇ ਵਿੱਚ ਟੀਨਏਜਰਸ ਦੀ ਏਜ ਦੇ ਵਿੱਚ ਬॉयਜ਼ ਔਰ ਗਰਲਸ ਦੇ ਵਿੱਚ ਕੀ ਹੁੰਦਾ, ਥਿਕ ਹੇਅਰ ਗਰੋ ਹੋਣੇ ਸ਼ੁਰੂ ਹੋ ਜਾਂਦੇ ਆ ਨਿਊ ਪਾਰਟ ਜੈਨੀਟਲ ਏਰੀਆ ਦੇ ਵਿੱਚ, ਬਿਟਵੀਨ ਦਾ ਥਾਈਜ਼ ਦੇ ਵਿੱਚ। ਔਰ ਉਹ ਜਿਹੜਾ ਸਕਿਨ ਆ ਜਿਹੜੀ, ਠੀਕ ਆ, ਜਿੱਦਾਂ ਅੰਡਰ ਆਰਮਸ ਦੇ ਵਿੱਚ ਹੋ ਗਿਆ, ਸਕਿਨ ਜਿਹੜੀ ਆ ਡਾਰਕਰ ਹੋਣੀ ਸ਼ੁਰੂ ਹੋ ਜਾਂਦੀ ਆ ਨਾਰਮਲ ਕਲਰ ਦੇ ਨਾਲੋਂ। ਸੋ ਥਿਨ ਹੇਅਰ can also appear on the legs and arm as well as on the face। so face or arm or leg ਦੇ ਜਿਹੜੇ thin hairs ਦੀ growth ਹੋਣੀ ਸ਼ੁਰੂ ਹੋ ਜਾਂਦੀ ਆ teenagers ਦੇ ਵਿੱਚ। the skin frequently become oily and be might begin to develop pimples। ਸੋ ਜਿਹੜੀ ਸਕਿਨ ਆ, ਠੀਕ ਆ, ਉਹ ਕੀ ਹੋਣ ਲੱਗ ਜਾਂਦੀ ਬॉयਜ਼ ਔਰ ਗਰਲਸ ਦੇ ਵਿੱਚ, ਆਇਲੀ ਹੋਣੀ ਸ਼ੁਰੂ ਹੋ ਜਾਂਦੀ ਆ ਡਿਊ ਟੂ ਹਾਰਮੋਨਲ ਚੇਂਜਸ। ਸੋ ਇਸ ਕਰਕੇ ਜਿਹੜੇ ਆ, ਸੋ ਸਮ ਬॉयਜ਼ ਔਰ ਗਰਲਸ ਇਸ ਏਜ ਦੇ ਵਿੱਚ ਜਿਹੜੇ ਆ ਉਹ ਕੀ ਸਫਰ ਕਰਦੇ ਆ ਕਿ ਉਹਨਾਂ ਦੇ ਪਿੰਪਲਸ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਵੀ ਬਿਗਨ ਟੂ ਦਾ ਕੌਨਸ਼ੀਅਸ ਐਂਡ ਅਵੇਅਰ ਆਫ ਦੀ ਬੋਥ ਆਰ ਓਨ ਬੋਡੀਜ਼ ਐਂਡ ਦੋਜ਼ ਆਫ ਅਦਰ ਇਨ ਨਿਊ ਵੇਜ਼। ਇਸ ਏਜ ਦੇ ਵਿੱਚ ਫਿਰ ਬੱਚੇ ਕੀ ਆਪਣੇ ਆਪ ਲਈ ਕੌਨਸ਼ੀਅਸ ਹੋਣੇ ਸਟਾਰਟ ਹੋ ਜਾਂਦੇ ਆ ਕਿਉਂਕਿ ਉਹਨਾਂ ਦੀ ਬੋਡੀ ਦੇ ਵਿੱਚ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਔਨ ਦਾ ਅਦਰ ਹੈਂਡ there are also changes takes place that are different between boys and girls। ਸੋ ਜਿਹੜੇ ਇਹ ਚੇਂਜਸ ਆਉਂਦੇ ਆ ਬॉयਜ਼ ਔਰ ਗਰਲਸ ਦੇ ਵਿੱਚ ਟੋਟਲੀ ਡਿਫਰੈਂਟ ਆਉਂਦੇ ਆ ਕਿਉਂਕਿ ਬੋਥ ਬੋਡੀਜ਼ ਜਿਹੜੀਆਂ ਆ ਉਹ ਡਿਵੈਲਪ ਅਲੱਗ ਉਹਨਾਂ ਦੀ ਸਟਰਕਚਰ ਆ। ਠੀਕ ਆ, ਸੋ ਗਰਲਸ ਦੇ ਵਿੱਚ ਕੀ ਹੁੰਦਾ ਆ, ਬ੍ਰੈਸਟ ਸਾਈਜ਼ ਬਿਗਨ ਟੂ ਇਨਕਰੀਜ਼ ਵਿਦ ਡਾਰਕਨਿੰਗ ਆਫ ਦੀ ਸਕਿਨ ਆਫ ਦੀ ਨਿੱਪਲ ਐਟ ਦੀ ਟਿਪ ਆਫ ਦੀ ਬ੍ਰੈਸਟ। ਸੋ ਬ੍ਰੈਸਟ ਜਿਹੜੀ ਆ ਗਰਲਸ ਦੇ ਵਿੱਚ ਕੀ ਹੋ ਜਾਂਦੀ ਆ, ਇਨਕਰੀਜ਼ ਹੋ ਜਾਂਦੀ ਆ। ਜੋ ਨਿੱਪਲ ਏਰੀਆ ਆ ਉਹ ਜਿਹੜਾ ਪਹਿਲਾਂ ਨਾਲ
ਨਾਲੋਂ ਜਿਹੜਾ ਡਾਰਕਰ ਹੋਣਾ ਸ਼ੁਰੂ ਹੋ ਜਾਂਦਾ ਆ। ਆਲਸੋ ਗਰਲਸ ਬਿਗਨ ਟੂ ਮੈਚੂਰੇਟ ਐਟ ਅਰਾਊਂਡ ਦਿਸ ਟਾਈਮ। ਸੋ ਇਸ ਟਾਈਮ ਦੇ ਵਿੱਚ ਹੀ ਗਰਲਸ ਦਾ ਜਿਹੜਾ ਆ ਪੀਰੀਅਡ ਜਿਹੜੇ ਆ ਉਹ ਸਟਾਰਟ ਹੁੰਦੇ ਆ, ਮੈਸਚੂਰੇਸ਼ਨ ਸਟਾਰਟ ਹੁੰਦਾ ਆ। ਬॉयਜ਼ ਬਿਗਨ ਟੂ ਹੈਵ ਅ ਨਿਊ ਥਿਕ ਹੇਅਰ ਗਰੋਥ ਔਨ ਦਾ ਫੇਸ ਐਂਡ ਦੇਅਰ ਬॉयਜ਼ ਬਿਗਨ ਟੂ ਕਰੈਕ। ਸੋ ਬॉयਜ਼ ਦੇ ਵਿੱਚ ਕੀ ਹੁੰਦਾ ਆ, ਉਹਨਾਂ ਦੇ ਵਿੱਚ ਹੇਅਰ ਗਰੋਥ ਹੋਣ ਲੱਗ ਜਾਂਦੀ ਆ ਫੇਸ ਤੇ, ਔਰ ਉਹਨਾਂ ਦੀ ਜੋ ਆਵਾਜ਼ ਆ ਜਿਹੜੀ ਆ ਬॉयਜ਼ ਦੀ ਆ ਪਿਊਬਰਟੀ ਏਜ ਦੇ ਵਿੱਚ ਕੀ ਹੋ ਜਾਂਦੀ ਆ, ਥੋੜੀ ਪਹਿਲਾਂ ਦੇ ਨਾਲੋਂ ਭਾਰੀ ਹੋਣੀ ਸ਼ੁਰੂ ਹੋ ਜਾਂਦੀ ਆ। Further, the penis occasionally began to become enlarged and erect either the daydream and at the night. So ਜਿਹੜਾ boys ਦੇ ਵਿੱਚ ਆ ਉਹ penis erection ਔਰ enlargement ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਏਜ ਦੇ ਵਿੱਚ। So all of these changes takes place slowly over a period of month and year, ਠੀਕ ਹੈ। ਸੋ ਜਿਹੜੇ ਵੀ ਇਹ changes boys ਔਰ girls ਦੇ ਵਿੱਚ ਆਉਂਦੇ ਆ, ਇਹ ਜਿਹੜੇ ਆ ਬਹੁਤ slowly ਹੁੰਦੇ ਆ, ਇਹ ਇੱਕਦਮ ਨਹੀਂ ਹੋ ਜਾਂਦੇ, ਇਹਨਾਂ ਨੂੰ month ਔਰ years ਲੱਗਦੇ ਆ। They do not happen all at the same time in one person or not do they happen at the exact age. In some people they happen early or quickly, while in the other they happen very slowly. Also, each change does not become complete quickly either. So for example, thick hair on the face in boys appear as a few scattered hair first, or only slowly does the growth begin to become uniform. ਸੋ ਕਹਿੰਦੇ ਜਿਹੜੇ ਵੀ ਇਹ ਚੇਂਜਸ ਹੁੰਦੇ ਆ, ਜੋ ਵੀ ਗਰਲਸ ਔਰ ਬॉयਜ਼ ਦੇ ਵਿੱਚ ਚੇਂਜਸ ਹੁੰਦੇ, ਸਲੋਲੀ ਹੁੰਦੇ ਆ, ਠੀਕ ਹੈ। ਸਮ ਜਿਹੜੇ ਕੁਛ ਕੁ ਬੱਚੇ ਹੁੰਦੇ ਆ ਉਹਨਾਂ ਦੇ ਵਿੱਚ ਇਹ ਜਿਹੜੇ ਆ ਕੁਇਕਲੀ ਔਰ ਜਲਦੀ ਆ ਜਾਂਦੇ ਆ, ਕਈਆਂ ਦੇ ਵਿੱਚ ਸਲੋਲੀ ਜਿੱਦਾਂ ਉਹਨਾਂ ਦੀ ਗਰੋਥ ਹੁੰਦੀ ਆ ਉਵੇਂ ਇਹ ਵਾਲੇ ਜਿਹੜੇ ਆ ਉਹ ਚੇਂਜਸ ਦੇਖੇ ਜਾਂਦੇ ਆ, ਠੀਕ ਆ। ਸੋ all of these changes are aspect of the sexual maturation of the body. So ਜਿੰਨੇ ਵੀ ਇਹ boys ਔਰ girls ਦੇ ਵਿੱਚ changes ਆਉਂਦੇ ਆ both sexes ਦੇ ਵਿੱਚ, ਠੀਕ ਹੈ, ਉਹ ਕੀ ਆ, aspect ਆ ਕਿਹਦੇ, sexual maturation of the body, ਕਿ body ਜਿਹੜੀ ਆ sexually mature ਹੋ ਰਹੀ ਆ, ਠੀਕ ਹੈ। ਇਹ changes ਜਿਹੜੇ ਆ ਸਾਈਨ ਆ। So why does the body slow sexually maturation of at this age? ਸੋ ਇੱਥੇ ਕੁਐਸਚਨ ਆ ਕਿ ਕਿਉਂ ਬਾਡੀ ਸ਼ੋ ਕਰਦੀ ਆ ਸੈਕਸ਼ੂਅਲ ਮੈਚੂਰੇਸ਼ਨ ਇਸ ਏਜ ਦੇ ਵਿੱਚ। ਸੋ ਇਹਦਾ ਆਨਸਰ ਦੇਖਦੇ ਹਾਂ ਆਪਾਂ। ਵੀ ਹੈਵ ਟਾਕਡ ਅਬਾਊਟ ਦਾ ਨੀਡ ਫॉर ਸਪੈਸ਼ਲਾਈਜ਼ਡ ਸੈੱਲ in the multicellular bodies to carry out the specialized function, ਠੀਕ ਹੈ। ਅਸੀਂ ਪ੍ਰੀਵੀਅਸ ਵੀਡੀਓ ਦੇ ਵਿੱਚ ਪੜ੍ਹਿਆ ਆ ਕਿ ਸਾਡੀ ਬਾਡੀ ਦੇ ਵਿੱਚ ਬਹੁਤ ਸਾਰੇ ਸਪੈਸ਼ਲ ਸੈੱਲ ਆ ਜਿਹੜੇ ਸਪੈਸ਼ਲ ਫੰਕਸ਼ਨ ਪਰਫਾਰਮ ਕਰਦੇ ਆ। ਸੋ ਸੇਮ ਇੱਦਾਂ ਹੀ ਜਿਹੜੀ ਆ ਸੈਕਸ਼ੂਅਲ ਰੀਪਰੋਡਕਸ਼ਨ ਦੇ ਕੰਮ ਦੇ ਲਈ ਵੀ ਇਹ ਜਿਹੜੇ ਸਾਰੇ ਚੇਂਜਸ ਆ ਇਹ ਬਹੁਤ ਜ਼ਰੂਰੀ ਆ। ਦ ਕ੍ਰੀਏਸ਼ਨ ਆਫ ਜਰਮ ਸੈਲਸ, ਕਿ ਜਰਮ ਸੈਲ ਦੀ ਜਿਹੜੀ ਕ੍ਰੀਏਸ਼ਨ ਆ ਟੂ ਪਾਰਟੀਸਪੇਟ ਇਨ ਸੈਕਸ਼ੂਅਲ ਰੀਪਰੋਡਕਸ਼ਨ ਇਨ ਅਨਦਰ ਸਪੈਸ਼ਲਾਈਜ਼ਡ ਫੰਕਸ਼ਨ। ਸੋ ਇਸੇ ਤਰ੍ਹਾਂ ਜਿਹੜਾ ਸਾਡੀ ਬਾਡੀ ਦੇ ਵਿੱਚ ਇਹ ਚੇਂਜਸ ਹੋਣ ਤੋਂ ਬਾਅਦ ਜਰਮ ਸੈਲ ਜਦੋਂ ਡਿਵੈਲਪ ਹੁੰਦੇ, ਕ੍ਰੀਏਟ ਹੁੰਦੇ ਆ, ਸੋ ਇਹ ਜਿਹੜੇ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਕਿ ਪਰਸਨ ਜਿਹੜਾ ਪਾਰਟੀਸਪੇਟ ਕਰ ਸਕੇ ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ, ਠੀਕ ਹੈ। ਆਪਣਾ ਸਪੈਸ਼ਲਾਈਜ਼ ਇਹ ਵੀ ਇੱਕ ਫੰਕਸ਼ਨ ਆ ਬਾਡੀ ਦਾ। ਵੀ ਹੈਵ ਸੀਨ ਦਾ ਪਲਾਂਟਸ ਡਿਵੈਲਪ ਸਪੈਸ਼ਲ ਸੈੱਲ ਐਂਡ ਟਿਸ਼ੂ ਟਾਈਪ ਟੂ ਕ੍ਰੀਏਟ ਦੈਮ, ਠੀਕ ਹੈ। ਵੀ ਇੱਦਾਂ ਹੀ ਸੇਮ ਅਸੀਂ ਪਲਾਂਟ ਦੇ ਵਿੱਚ ਵੀ ਦੇਖਦੇ ਹਾਂ ਕਿ ਕਿੱਦਾਂ ਉਹ ਆਪਣੇ ਸਪੈਸ਼ਲ ਸੈੱਲਸ ਔਰ ਟਿਸ਼ੂ ਨੂੰ ਡਿਵੈਲਪ ਕਰਦੇ ਆ ਆਪਣੇ ਫਰਦਰ ਕ੍ਰੀਏਸ਼ਨ, ਸੇਮ ਆਪਣੇ ਵਰਗੇ ਆਰਗੈਨਿਜ਼ਮ ਨੂੰ ਕ੍ਰੀਏਟ ਕਰਨ ਦੇ ਲਈ। ਸੋ ਹਿਊਮਨਸ ਬੀਇੰਗਸ ਆਰ ਡਿਵੈਲਪ ਸਪੈਸ਼ਲ ਟਿਸ਼ੂਜ਼ ਫॉर ਦਿਸ ਪਰਪਸ। ਸੋ ਸੇਮ ਹੀ ਜਿਹੜਾ ਹਿਊਮਨ ਬੀਇੰਗਸ ਦੀ ਬਾਡੀ ਆ ਉਹ ਵੀ ਆਪਣੇ ਬਾਡੀ ਦੇ ਵਿੱਚ ਸਪੈਸ਼ਲ ਟਿਸ਼ੂ ਜਿਹੜੇ ਡਿਵੈਲਪ ਕਰਦੀ ਆ ਤਾਂ ਕਿ ਉਹ ਰੀਪਰੋਡਕਸ਼ਨ ਪਰਫਾਰਮ ਕਰ ਸਕਣ। However, while the body of the individual organism is growing to its adult size, the sources of body are mainly directed at achieving this growth. So while this happening, the maturation of the reproduction tissue is not likely to be mature priority. The rate of general body growth begins to slow down. Reproduction tissue begins to mature. So ਇਸ ਏਜ ਦੇ ਵਿੱਚ ਆ ਕੇ ਕਹਿੰਦੇ ਜਦੋਂ ਸਲੋਲੀ ਜਿਹੜੀ ਬਾਡੀ ਦੀ ਗਰੋਥ ਹੁੰਦੀ ਆ, ਸਲੋਲੀ ਜਿਹੜੇ ਸਪੈਸ਼ਲ ਟਿਸ਼ੂ ਜਿਹੜੇ ਆ ਉਹ ਵੀ ਬਾਡੀ ਦੇ ਵਿੱਚ ਡਿਵੈਲਪ ਹੁੰਦੇ ਆ। ਸੋ ਉਸ ਦੇ ਨਾਲ ਕੀ ਹੋ ਜਾਂਦਾ, ਬਾਡੀ ਜਿਹੜੀ ਆ ਰੀਪਰੋਡਕਟਿਵ ਟਿਸ਼ੂ ਜਿਹੜੇ ਆ ਉਹ ਵੀ ਜਿਹੜੇ ਆ ਬਣਨੇ ਸ਼ੁਰੂ ਹੋ ਜਾਂਦੇ ਤੇ ਉਹ ਮੈਚੁਰ ਹੋਣੇ ਸ਼ੁਰੂ ਹੋ ਜਾਂਦੇ ਆ। ਦਿਸ ਪੀਰੀਅਡ ਡਿਊਰਿੰਗ ਐਡੋਲਸੈਂਸ ਇਜ਼ ਕਾਲਡ ਪਿਊਬਰਟੀ। ਸੋ ਇਸ ਪੀਰੀਅਡ ਨੂੰ ਜਿੰਨੇ ਵੀ ਇਸ ਜਿੱਦਾਂ ਟੀਨੇਜਰ ਤੋਂ ਲੈ ਕੇ, ਠੀਕ ਆ, ਜਿੰਨੇ ਵੀ ਉਹਨਾਂ ਦੇ ਵਿੱਚ ਬਾਡੀ 'ਚ ਚੇਂਜਸ ਆਉਂਦੇ ਆ, ਇਸ ਪੀਰੀਅਡ ਨੂੰ ਕੀ ਕਿਹਾ ਗਿਆ ਆ, ਪਿਊਬਰਟੀ ਏਜ ਕਿਹਾ ਜਾਂਦਾ ਆ ਬॉयਜ਼ ਔਰ ਗਰਲਸ ਦੇ ਵਿੱਚ ਜਦੋਂ ਸਕੂਲ ਟਾਈਮ 'ਚ ਹੁੰਦੇ ਆ। ਸੋ ਠੀਕ ਹੈ, ਨੈਕਸਟ ਕੁਐਸਚਨ ਹੈ, ਸੋ ਹਾਊ ਡੂ ਆਲ ਦਾ ਚੇਂਜਸ ਦੈਟ ਵੀ ਹੈਵ ਟਾਕਡ ਅਬਾਊਟ ਲਿੰਕ ਟੂ ਦਾ ਰੀਪਰੋਡਕਟਿਵ ਪ੍ਰੋਸੈਸ। ਸੋ ਜਿੰਨੇ ਵੀ ਆਪਾਂ ਕਹਿੰਦੇ ਚੇਂਜਸ ਪੜ੍ਹੇ ਆ ਉਹ ਰੀਪਰੋਡਕਟਿਵ ਪ੍ਰੋਸੈਸ ਨਾਲ ਕਿੱਦਾਂ ਲਿੰਕ ਕਰਦੇ ਆ, ਠੀਕ ਆ। ਵੀ ਮਸਟ ਰਿਮੈਂਬਰ ਦੈਟ ਦਾ ਸੈਕਸ਼ੂਅਲ ਮੋਡ ਆਫ ਰੀਪਰੋਡਕਸ਼ਨ ਮੀਨਸ ਦੈਟ ਜਰਮ ਸੈਲਸ ਫਰੋਮ ਟੂ ਇੰਡੀਵਿਜੂਅਲਸ ਹੈਵ ਟੂ ਜੁਆਇਨ ਟੂਗੈਦਰ, ਠੀਕ ਆ। ਅਗਰ ਕਹਿੰਦੇ ਤੁਹਾਨੂੰ ਯਾਦ ਹੋਵੇ ਕਿ ਅਸੀਂ ਪੜ੍ਹਿਆ ਆ ਕਿ ਸੈਕਸ਼ੂਅਲ ਰੀਪਰੋਡਕਸ਼ਨ ਦੇ ਲਈ, ਸੈਕਸ਼ੂਅਲ ਰੀਪਰੋਡਕਸ਼ਨ ਦਾ ਮਤਲਬ ਇਹ ਆ ਕਿ
ਜਰਮ ਸੈਲਸ ਫਰੋਮ 2 ਵੱਖਰੇ ਇੰਡੀਵਿਜੂਅਲਸ ਤੋਂ ਜਰਮ ਸੈਲ ਠੀਕ ਆ ਇਕੱਠੇ ਜੁਆਇਨ ਹੋ ਕੇ ਜਿਹੜਾ ਆ ਫਰਦਰ ਆਪਣਾ ਇੱਕ ਸੇਮ ਆਪਣੇ ਵਰਗਾ ਇੰਡੀਵਿਜੂਅਲ ਡਿਵੈਲਪ ਕਰਦੇ ਆ। ਦਿਸ ਕੈਨ ਹੈਪਨ ਬਾਏ ਦਾ ਐਕਸਟਰਨਲ ਰਿਲੀਜ਼ ਆਫ ਜਰਮ ਸੈਲਸ ਫਰੋਮ ਦਾ ਬੋਡੀਜ਼ ਆਫ ਇੰਡੀਵਿਜੂਅਲ ਠੀਕ ਆ। ਕਹਿੰਦੇ ਇਹ ਉਦੋਂ ਹੀ ਹੁੰਦਾ ਆ ਜਦੋਂ ਐਕਸਟਰਨਲ ਰਿਲੀਜ਼ ਹੁੰਦੇ ਆ ਜਰਮ ਸੈਲ ਦੇ ਠੀਕ ਆ ਕਿਸੇ ਬੋਡੀ ਦੇ ਵਿੱਚੋਂ ਐਜ਼ ਹੈਪਨ ਇਨ ਦਾ ਸੇਮ ਜਿੱਦਾਂ ਆਪਾਂ ਫਲਾਵਰਿੰਗ ਪਲਾਂਟ ਦਾ ਜਿਹੜਾ ਰੀਪਰੋਡਕਸ਼ਨ ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਫਲਾਵਰ ਪਲਾਂਟਸ ਜਿਹੜੇ ਆ ਉਹ ਕਿੱਦਾਂ ਰੀਪਰੋਡਕਸ਼ਨ ਕਰਦੇ ਆ। So or it can happen by 2 individuals join their bodies together for the internal transfer of the germ cells for fusion ਠੀਕ ਹੈ। ਇੱਥੋਂ ਇਹਦੇ ਨਾਲ ਕੀ ਹੁੰਦਾ ਆ ਕਿ 2 ਵੱਖਰੀ ਤਰ੍ਹਾਂ ਦੇ ਬॉयਜ਼ ਔਰ ਗਰਲਸ ਜਦੋਂ ਆਪਣੀ ਪਿਊਬਰਟੀ ਏਜ ਦੇ ਵਿੱਚ ਜਿਹੜੇ ਮੈਚੋਰ ਹੋ ਜਾਂਦੇ ਇਨਫ ਕਿ ਉਹ ਰੀਪਰੋਡਕਸ਼ਨ ਸਿਸਟਮ ਦੇ ਵਿੱਚ ਰੀਪਰੋਡਿਊਸ ਕਰ ਸਕਦੇ ਆਪਣੇ ਵਰਗੇ ਆਰਗੈਨਿਜ਼ਮ। ਸੋ ਕੀ ਹੁੰਦਾ ਆ ਕਿ ਜਰਮ ਸੈਲ ਜਿਹੜੇ ਆ ਉਹਨਾਂ ਦੀ ਬੋਡੀ ਦੇ ਵਿੱਚੋਂ ਜਿਹੜੇ ਆ ਉਹ ਇੱਕ ਬੋਡੀ ਦੇ ਵਿੱਚੋਂ ਦੂਜੀ ਬੋਡੀ ਦੇ ਵਿੱਚ ਜਿਹੜਾ ਟਰਾਂਸਫਰ ਹੋ ਕੇ ਫਿਊਜ਼ ਹੁੰਦੇ ਆ। ਦੈਨ ਐਜ਼ ਹੈਪਨ ਇਨ ਦਾ ਮੈਨੀ ਐਨੀਮਲਸ ਜਿੱਦਾਂ ਐਨੀਮਲਸ ਦੇ ਵਿੱਚ ਹੁੰਦਾ ਹੀ ਆ ਠੀਕ ਹੈ ਕਿ ਜਿਹੜਾ ਮੇਲ ਬੋਡੀ ਤੋਂ ਜਿਹੜਾ ਜਰਮ ਸੈਲ ਆ ਉਹ ਫੀਮੇਲ ਬੋਡੀ ਦੇ ਵਿੱਚ ਜਿਹੜੇ ਆ ਠੀਕ ਹੈ ਉਹ ਟਰਾਂਸਫਰ ਹੁੰਦੇ ਆ। ਦੈਨ ਫਿਊਜ਼ਨ ਤੋਂ ਬਾਅਦ ਫਰਟੀਲਾਈਜੇਸ਼ਨ ਤੋਂ ਬਾਅਦ ਉਹ ਇੱਕ ਨਿਊ ਆਰਗੈਨਿਜ਼ਮ ਡਿਵੈਲਪ ਕਰਨ ਦੇ ਲਈ ਏਬਲ ਹੁੰਦੇ ਆ। ਸੋ ਇਫ ਐਨੀਮਲਸ ਆਰ ਏਬਲ ਟੂ ਪਾਰਟਿਸਿਪੇਟ ਇਨ ਦਿਸ ਪ੍ਰੋਸੈਸ ਆਫ ਮੇਟਿੰਗ देयर state of sexual maturity must be indicatable by other individuals. Many changes during puberty such as new hair growth pattern are signal that sexual maturation is taking place. ਸੋ ਕਹਿੰਦੇ ਇਹ ਸਾਰੇ ਜਿਹੜੇ ਚੇਂਜਸ ਆਪਾਂ ਪੜ੍ਹੇ ਆ ਸੋ ਜਿਹੜਾ ਸੈਕਸ਼ੂਅਲ ਮੈਚੂਰੇਸ਼ਨ ਆ ਉਹ ਇਹੀ ਆ ਸਾਰੇ ਚੇਂਜਸ ਜਿਹੜੇ ਨਿਊ ਹੇਅਰ ਗਰੋਥ ਪੈਟਰਨ ਹੁੰਦਾ ਆ ਇਹ ਸਾਰੇ ਸਿਗਨਲ ਆ ਕਾਹਦੇ ਕਿ ਜਿਹੜਾ ਪਰਸਨ ਆ ਆਰਗੈਨਿਜ਼ਮ ਆ ਉਹ ਸੈਕਸ਼ੂਅਲ ਮੈਚੋਰਿਟੀ ਸ਼ੋ ਕਰ ਰਿਹਾ ਕਿ ਉਹਦੇ ਵਿੱਚ ਸੈਕਸ਼ੂਅਲੀ ਰੀਪਰੋਡਿਊਸ ਜਿਹੜੀ ਆ ਉਹ ਉਹਦੇ ਵਿੱਚ ਅਬਿਲਿਟੀ ਆ ਕਿ ਉਹ ਹੁਣ ਸੈਕਸ਼ੂਅਲ ਰੀਪਰੋਡਿਊਸ ਕਰ ਸਕਦਾ ਆ। ਔਨ ਦਾ ਅਦਰ ਹੈਂਡ ਦਾ ਐਕਚੁਅਲ ਟ੍ਰਾਂਸਫਰ ਆਫ ਦੀ ਜਰਮ ਸੈਲ ਬਿਟਵੀਨ 2 ਪੀਪਲਸ ਨੀਡ ਸਪੈਸ਼ਲ ਆਰਗਨਸ ਫॉर ਦਾ ਸੈਕਸ਼ੂਅਲ ਐਕਟ। ਸੋ ਦੂਜੇ ਪਾਸੇ ਅਗਰ ਕਹਿੰਦੇ ਦੇਖਦੇ ਆ ਕਿ ਜਰਮ ਸੈਲ ਟ੍ਰਾਂਸਫਰ ਕਰਨ ਦੇ ਲਈ 2 ਵੱਖਰੇ ਇੰਡੀਵਿਜੂਅਲ ਦੇ ਵਿੱਚ ਸਪੈਸ਼ਲ ਆਰਗਨ ਹੋਣੇ ਚਾਹੀਦੇ ਆ ਸੈਕਸ਼ੂਅਲੀ ਐਕਟ ਕਰਨ ਦੇ ਲਈ ਸੱਚ ਐਜ਼ ਪੈਨਿਸ ਵੈਨ ਇਟ ਇਜ਼ ਕੈਪੇਬਲ ਆਫ ਬੀਇੰਗ ਇਰੈਕਟ ਠੀਕ ਆ। ਕਹਿੰਦੇ ਫੋਰ ਐਗਜ਼ਾਮਪਲ ਇੱਥੇ ਦਿੱਤੀ ਹੋਈ ਆ ਕਿ ਪੈਨਿਸ ਦੀ ਕਿ ਉਹ ਕੈਪੇਬਲ ਆ ਬੀਇੰਗ ਇਰੈਕਟ ਹੋਣ ਦੇ ਇਨ ਮੈਮਲਸ ਸੱਚ ਐਜ਼ ਹਿਊਮਨਸ ਦੀ ਗੱਲ ਕੀਤੀ ਹੋਈ ਆ। ਦਾ ਬੇਬੀ ਇਜ਼ ਕੈਰੀਡ ਇਨ ਦਾ ਮਦਰਸ ਬੋਡੀ ਫॉर ਅ ਲੌਂਗ ਪੀਰੀਅਡ ਠੀਕ ਹੈ ਕਿ ਜਿਹੜਾ ਬੇਬੀ ਆ ਉਹ ਮਦਰ ਬੋਡੀ ਦੇ ਇਨਸਾਈਡ ਜਿਹੜਾ ਆ ਉਹ ਕੈਰੀ ਹੁੰਦਾ ਆ ਐਂਡ ਵਿਲ ਬੀ ਬ੍ਰੈਸਟ ਫੈਡ ਲੇਟਰ ਦੈਨ ਆਫਟਰ ਦੈਟ ਬਰਥ ਤੋਂ ਬਾਅਦ ਜਦੋਂ ਬੇਬੀ ਦਾ ਬਰਥ ਹੋ ਜਾਂਦਾ ਆ ਦੈਨ ਬ੍ਰੈਸਟ ਫੀਡਿੰਗ ਵੀ ਕਰਾਈ ਜਾਂਦੀ ਆ ਠੀਕ ਆ। ਸੋ ਫੀਮੇਲ ਰੀਪਰੋਡਕਟਿਵ ਆਰਗਨ ਐਂਡ ਬ੍ਰੈਸਟ ਵਿਲ ਨੀਡ ਟੂ ਮੈਚੋਰ ਟੂ ਅਕਮੂਲੇਟ ਥੀਜ਼ ਪੋਸੀਬਿਲਿਟੀਜ਼। ਜੋ ਫੀਮੇਲ ਰੀਪਰੋਡਕਟਿਵ ਆਰਗਨਸ ਕਹਿੰਦੇ ਜਿੱਦਾਂ ਆਪਾਂ ਪੜ੍ਹਿਆ ਸੀ ਨਾ ਕਿ ਗਰਲਸ ਦੇ ਵਿੱਚ ਜਿਹੜੀ ਆ ਬ੍ਰੈਸਟ ਐਨਲਾਰਜ ਹੁੰਦੀ ਆ। ਸੋ ਕਿਉਂ ਹੁੰਦੀ ਕਿਉਂਕਿ ਜਿਹੜੀ ਆ ਬੇਬੀ ਨੇ ਮਦਰ ਦੀ ਬੋਡੀ ਦੇ ਅੰਦਰ ਜਿਹੜਾ ਆ ਉਹ ਹੋਣਾ ਹੁੰਦਾ ਡਿਵੈਲਪ ਹੋਣਾ ਹੁੰਦਾ ਦੈਨ ਆਫਟਰ ਦੈਟ ਬ੍ਰੈਸਟ ਫੀਡਿੰਗ ਜਿਹੜੀ ਆ ਉਹ ਜਿੰਨੇ ਵੀ ਚੇਂਜਸ ਹੁੰਦੇ ਆ ਉਹ ਸਾਰੇ ਕਿਹਦੇ ਸਾਈਨ ਆ ਸਾਨੂੰ ਕੀ ਪਤਾ ਲੱਗਦਾ ਕਿ ਰੀਪਰੋਡਕਸ਼ਨ ਏਜ ਦੇ ਲਈ ਔਰ ਰੀਪਰੋਡਕਸ਼ਨ ਇਹ ਵੀ ਇੱਕ ਰੀਪਰੋਡਕਸ਼ਨ ਆਰਗਨ ਆ ਠੀਕ ਆ ਬ੍ਰੈਸਟ ਜਿਹੜਾ ਆ। ਸੋ ਇਸ ਕਰਕੇ ਉਹ ਸਾਰੀਆਂ ਜਿੰਨੀਆਂ ਵੀ ਆਪਣੇ ਬੋਡੀ ਦੇ ਵਿੱਚ ਚੇਂਜਸ ਆਉਣੀਆਂ ਉਹ ਕੀ ਆ ਉਹ ਇਹਦੀਆਂ ਪੋਸੀਬਿਲਿਟੀਜ਼ ਆ ਤਾਂ ਕਿ ਜਿਹੜੇ ਪਰਸਨ ਆ ਉਹ ਫਰਦਰ ਜਿਹੜੇ ਆਪਣੀ ਕੰਟੀਨਿਊ ਕਰ ਸਕਣ ਆਪਣੇ ਠੀਕ ਹੈ ਆਰਗੈਨਿਜ਼ਮਸ ਨੂੰ ਫੀਡ ਦੇ ਸਕਣ। ਥੈਂਕ ਯੂ।